26 ਜੁਲਾਈ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 26 ਜੁਲਾਈ ਦੇ ਇਤਿਹਾਸ ਬਾਰੇ। ਹਰ ਸਾਲ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਮਨਾਇਆ ਜਾਂਦਾ ਹੈ। ਅੱਜ ਦੇ ਦਿਨ 1999 ਵਿੱਚ ਕਾਰਗਿਲ ਯੁੱਧ ਵਿੱਚ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਹਰਾਇਆ ਸੀ। 60 ਦਿਨਾਂ ਤੱਕ ਚੱਲੀ ਇਹ ਜੰਗ ਅੱਜ ਦੇ ਦਿਨ ਯਾਨੀ ਕਿ 26 ਜੁਲਾਈ 1999 ਨੂੰ ਸਮਾਪਤ ਹੋਇਆ ਸੀ। ਭਾਰਤ ਦੇ ਇਸ ਜਿੱਤ ਸੈਨਿਕਾਂ ਦੀ ਬਹਾਦਰੀ ਅਤੇ ਉਹਨਾਂ ਦੇ ਬਲੀਦਾਨ ਨੂੰ ਯਾਦ ਕਰਨ ਲਈ ਹਰ ਸਾਲ ਕਾਰਗਿਲ ਵਿਜੇ ਦਿਵਸ ਮਨਾਇਆ ਜਾਂਦਾ ਹੈ। ਦੱਸਦੇ ਕਿ 1999 ਵਿੱਚ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਕਾਰਗਿਲ ਜ਼ਿਲ੍ਹੇ ਵਿੱਚ ਪਾਕਿਸਤਾਨੀ ਸੈਨਿਕਾਂ ਨੇ ਭਾਰਤੀ ਖੇਤਰ ਵਿੱਚ ਘੁਸਪੈਠ ਕੀਤੀ ਸੀ। ਉਹਨਾਂ ਨੇ ਉੱਚੀਆਂ ਪਹਾੜੀਆਂ ਅਤੇ ਰਣਨੀਤਿਕ ਥਾਵਾਂ ਤੇ ਕਬਜ਼ਾ ਕਰ ਲਿਆ ਸੀ। ਭਾਰਤੀ ਫੌਜ ਨੇ ਜਵਾਬੀ ਕਾਰਵਾਈ ਵਜੋਂ ਆਪਰੇਸ਼ਨ ਵਿਜੇ ਸ਼ੁਰੂ ਕੀਤਾ। ਭਾਰਤੀ ਸੈਨਿਕਾਂ ਨੂੰ ਦੁਸ਼ਮਣ ਦੀ ਨਜ਼ਰ ਤੋਂ ਬਚਣ ਲਈ ਰਾਤ ਨੂੰ ਪਹਾੜ ਤੇ ਚੜ੍ਹਨਾ ਪਿਆ। ਲਗਭਗ 2 ਮਹੀਨੇ ਦੀ ਸਖਤ ਜੰਗ ਤੋਂ ਬਾਅਦ ਭਾਰਤੀ ਫੌਜ ਨੇ ਕਾਰਗਿਲ ਖੇਤਰ ਤੋਂ ਘੁਸਪੈਠੀਆਂ ਨੂੰ ਖਤੇੜ ਦਿੱਤਾ ਸੀ। ਇਸ ਯੁੱਧ ਵਿੱਚ 527 ਭਾਰਤੀ ਸੈਨਿਕਾਂ ਨੇ ਬਲੀਦਾਨ ਦਿੱਤਾ ਸੀ ਅਤੇ ਲਗਭਗ 3000 ਪਾਕਿਸਤਾਨੀ ਸੈਨਿਕ ਵੀ ਮਾਰੇ ਗਏ ਸਨ। ਹਾਲਾਂਕਿ ਪਾਕਿਸਤਾਨ ਦਾ ਦਾਅਵਾ ਹੈ ਕਿ ਇਸ ਜੰਗ ਵਿੱਚ ਸਿਰਫ 357 ਫੌਜੀ ਮਾਰੇ ਗਏ ਸਨ। ਇਸ ਜੰਗ ਵਿੱਚ ਭਾਰਤੀ ਫੌਜ ਨੇ ਅਸਾਧਾਰਨ ਦਲੇਰੀ ਅਤੇ ਬਹਾਦਰੀ ਦਿਖਾਈ ਸੀ। 26 ਜੁਲਾਈ 2009 ਨੂੰ ਵਿਜੇ ਦਿਵਸ ਦੀ ਵਰ੍ਹੇਗੰਢ ਤੇ ਭਾਰਤੀ ਜਲ ਸੈਨਾ ਦੀ ਪਰਮਾਣੂ ਪਣਡੁੱਬੀ INS ਅਰਿਹੰਤ ਨੂੰ ਤਤਕਾਲੀਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੁਆਰਾ ਲਾਂਚ ਕੀਤਾ ਗਿਆ ਸੀ। INS ਅਰਿਹੰਤ ਭਾਰਤ ਦੀ ਪਹਿਲੀ ਸਵਦੇਸ਼ੀ ਪਰਮਾਣੂ ਸੰਚਾਲਿਤ ਬੈਲਿਸਟਿਕ ਮਿਜ਼ਾਈਲ ਸਮਰਥ ਪਣਡੁੱਬੀ ਹੈ। ਇਸ ਦਾ ਨਾਮ ਅਰੀ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਦੁਸ਼ਮਣ ਨੂੰ ਮਾਰਨਾ। ਇਸ ਦੇ ਨਿਰਮਾਣ ਦੀਆਂ ਤਿਆਰੀਆਂ 1970 ਦੇ ਦਹਾਕੇ ਵਿੱਚ ਸ਼ੁਰੂ ਹੋਈਆਂ ਸਨ ਅਤੇ ਇਸ ਨੂੰ ਵਿਸ਼ਾਖਾਪਟਨਮ ਤੇ ਜਹਾਜ਼ ਨਿਰਮਾਣ ਕੇਂਦਰ ਵਿੱਚ 2.9 ਬਿਲੀਅਨ ਅਮਰੀਕੀ ਡਾਲਰ ਦੀ ਲਾਗਤ ਨਾਲ ਬਣਾਇਆ ਗਿਆ ਸੀ। ਇਸ ਪਣਡੁੱਬੀ ਦੇ ਨਿਰਮਾਣ ਤੋਂ ਬਾਅਦ ਭਾਰਤ 6ਵਾਂ ਦੇਸ਼ ਬਣ ਗਿਆ ਜਿਸ ਕੋਲ ਸਵਦੇਸ਼ੀ ਪਰਮਾਣੂ ਪਣਡੁੱਬੀ ਹੈ। ਸਤਿਆਨਾਰਾਇਣ ਸਿਨਹਾ ਦਾ ਦੇਹਾਂਤ 26 ਜੁਲਾਈ 1983 ਨੂੰ ਹੋਇਆ ਸੀ। ਉਹ ਇੱਕ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਿਆਸਤਦਾਨ ਸਨ ਜਿਨ੍ਹਾਂ ਨੇ ਸੰਵਿਧਾਨ ਸਭਾ ਦੇ ਮੈਂਬਰ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਵਜੋਂ ਸੇਵਾ ਨਿਭਾਈ। ਸਤਿਆਨਾਰਾਇਣ ਸਿਨਹਾ ਦਾ ਜਨਮ 9 ਜੁਲਾਈ 1900 ਨੂੰ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਸ਼ੰਭੂਪਤੀ ਨਾਮਕ ਸਥਾਨ ਤੇ ਹੋਇਆ ਸੀ। ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਮੁਜ਼ੱਫਰਪੁਰ ਦੇ ਸਕੂਲ ਤੋਂ ਪ੍ਰਾਪਤ ਕੀਤੀ। ਬਾਅਦ ਵਿੱਚ ਪਟਨਾ ਯੂਨੀਵਰਸਿਟੀ ਤੋਂ LLB ਦੀ ਡਿਗਰੀ ਪ੍ਰਾਪਤ ਕੀਤੀ। ਸਤਿਆਨਾਰਾਇਣ ਸਿਨਹਾ ਪੇਸ਼ੇ ਤੋਂ ਕਿਸਾਨ ਅਤੇ ਜ਼ਮੀਂਦਾਰ ਸਨ। ਸਿਨਹਾ ਨੇ 1964 ਤੋਂ 1967 ਤੱਕ ਸੰਸਦੀ ਮਾਮਲਿਆਂ ਅਤੇ ਸੰਚਾਰ ਮੰਤਰੀ ਅਤੇ 1967 ਤੋਂ 1971 ਤੱਕ ਸਿਹਤ ਪਰਿਵਾਰ ਯੋਜਨਾ ਅਤੇ ਸ਼ਹਿਰੀ ਵਿਕਾਸ ਮੰਤਰੀ ਵਜੋਂ ਸੇਵਾ ਨਿਭਾਈ। ਉਹਨਾਂ ਨੂੰ 1971 ਵਿੱਚ ਮੱਧ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ ਅਤੇ 1977 ਤੱਕ ਇਸ ਅਹੁਦੇ ਤੇ ਸੇਵਾ ਕੀਤੀ। ਵਿੰਸਟਨ ਚਰਚਿਲ 26 ਜੁਲਾਈ 1945 ਨੂੰ ਬ੍ਰਿਟਿਸ਼ ਆਮ ਚੋਣਾਂ ਵਿੱਚ ਹਾਰ ਗਏ ਸੀ। ਵਿੰਸਟਨ ਚਰਚਿਲ ਦੀ ਹਾਰ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਕਿਉਂਕਿ ਉਸ ਸਮੇਂ ਚਰਚਿਲ ਦੀ ਲੋਕਪ੍ਰਿਯਤਾ ਸਿਖਰ ਤੇ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਚਰਚਿਲ ਨੇ ਗੱਠਜੋੜ ਨੂੰ ਬਹੁਤ ਸਫਲ ਅਗਵਾਈ ਪ੍ਰਦਾਨ ਕੀਤੀ। ਇਸ ਤੋਂ ਬਾਅਦ ਵੀ ਚਰਚਿਲ ਦੀ ਕੰਜ਼ਰਵੇਟਿਵ ਪਾਰਟੀ ਚੋਣਾਂ ਹਾਰ ਗਈ। ਕੰਜ਼ਰਵੇਟਿਵ ਪਾਰਟੀ ਨੂੰ ਸਿਰਫ 197 ਸੀਟਾਂ ਮਿਲੀਆਂ ਜਦਕਿ ਲਿਬਰਲ ਪਾਰਟੀ ਨੂੰ 394 ਸੀਟਾਂ ਮਿਲੀਆਂ ਜੋ ਬਹੁਮਤ ਤੋਂ ਕਿਤੇ ਵੱਧ ਸਨ। ਜਿਸ ਤੋਂ ਬਾਅਦ ਕਲੈਮੈਂਟ ਐਟਲੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣੇ। ਕਿਹਾ ਜਾਂਦਾ ਹੈ ਕਿ ਜਦੋਂ ਵਿੰਸਟਨ ਚਰਚਿਲ 1940 ਵਿੱਚ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੇ ਬਰਤਾਨੀਆ ਨੂੰ ਨਵੀਂ ਊਰਜਾ ਦੇਣ ਦਾ ਕੰਮ ਕੀਤਾ। ਉਸ ਸਮੇਂ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ ਅਤੇ ਬਰਤਾਨੀਆ ਲਈ ਇੱਕ ਬਹੁਤ ਕਮਜ਼ੋਰ ਸਮਾਂ ਸੀ। ਉਸ ਸਮੇਂ ਦੌਰਾਨ ਵਿੰਸਟਨ ਚਰਚਿਲ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਕਈ ਅਹਿਮ ਫੈਸਲੇ ਲਏ ਸਨ। ਪਰ ਜਦੋਂ 1945 ਦੀਆਂ ਆਮ ਚੋਣਾਂ ਵਿੱਚ ਵਿੰਸਟਨ ਚਰਚਿਲ ਦੀ ਹਾਰ ਹੋਈ ਤਾਂ ਇਹ ਸਭ ਲਈ ਹੈਰਾਨ ਕਰਨ ਵਾਲਾ ਸੀ। ਆਪਣੀ ਹਾਰ ਨੂੰ ਸਵੀਕਾਰ ਕਰਦੇ ਹੋਏ ਵਿੰਸਟਨ ਚਰਚਿਲ ਨੇ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। 26 ਜੁਲਾਈ 1953 ਨੂੰ ਕਿਊਬਾ ਕ੍ਰਾਂਤੀ ਦੀ ਸ਼ੁਰੂਆਤ ਹੋਈ ਸੀ। ਇਸ ਦਿਨ ਫਿਦੇਲ ਕਾਸਟਰੋ ਅਤੇ ਉਹਨਾਂ ਦੇ ਸਾਥੀਆਂ ਨੇ ਸੈਂਟੀਆਗੋ ਦੀ ਕਿਊਬਾ ਵਿੱਚ ਇੱਕ ਫੌਜੀ ਬੈਰਕ ਤੇ ਹਮਲਾ ਕੀਤਾ ਸੀ। ਇਹ ਹਮਲਾ ਬਤਿਸਤਾ ਸਰਕਾਰ ਖਿਲਾਫ ਇਨਕਲਾਬ ਦਾ ਪਹਿਲਾ ਮਹੱਤਵਪੂਰਨ ਕਦਮ ਸੀ। ਤੁਹਾਨੂੰ ਦੱਸ ਦਈਏ ਕਿਊਬਾ ਦੀ ਕ੍ਰਾਂਤੀ 1950 ਦੇ ਦਹਾਕੇ ਵਿੱਚ ਕਿਊਬਾ ਵਿੱਚ ਇੱਕ ਹਥਿਆਰਬੰਦ ਬਗਾਵਤ ਸੀ ਜਿਸ ਦੀ ਅਗਵਾਈ ਫਿਦੇਲ ਕਾਸਟਰੋ, ਰਾਉਲ ਕਾਸਟਰੋ, ਚੀ ਗਵੇਰਾ ਅਤੇ ਉਹਨਾਂ ਦੇ ਹੋਰ ਸਾਥੀਆਂ ਨੇ ਕੀਤਾ ਸੀ। ਇਸ ਕ੍ਰਾਂਤੀ ਦਾ ਮਕਸਦ ਫੁਲਗੇਂਸੋ ਬਤਿਸਤਾ ਦੀ ਤਾਨਾਸ਼ਾਹੀ ਸਰਕਾਰ ਨੂੰ ਉਖਾੜ ਕੇ ਸਮਾਜਵਾਦੀ ਸਰਕਾਰ ਦੀ ਸਥਾਪਨਾ ਕਰਨਾ ਸੀ। ਕ੍ਰਾਂਤੀ ਦਾ ਮੁੱਖ ਕਾਰਨ ਕਿਊਬਾ ਵਿੱਚ ਫੈਲੀ ਅਸਮਾਨਤਾ, ਭ੍ਰਿਸ਼ਟਾਚਾਰ ਅਤੇ ਰਾਸ਼ਟਰੀ ਜ਼ਬਰ ਸੀ। 26 ਜੁਲਾਈ 1953 ਨੂੰ ਫਿਦੇਲ ਕਾਸਟਰੋ ਦੁਆਰਾ ਫੌਜੀ ਬੈਰਕਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਅਸਫਲ ਹੋ ਗਈ ਅਤੇ ਇਸ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਇਸ ਹਮਲੇ ਨੇ ਕਿਊਬਾ ਦੀ ਕ੍ਰਾਂਤੀ ਨੂੰ ਭੜਕਾਇਆ। ਕਿਊਬਾ ਦੀ ਕ੍ਰਾਂਤੀ ਅਧਿਕਾਰੀ ਤੌਰ ਤੇ 1 ਜਨਵਰੀ 1959 ਨੂੰ ਖਤਮ ਹੋਈ ਜਦੋਂ ਫਿਦੇਲ ਕਾਸਟਰੋ ਅਤੇ ਉਹਨਾਂ ਦੇ ਸਾਥੀ ਕ੍ਰਾਂਤੀਕਾਰੀਆਂ ਨੇ ਹਵਾਨਾ ਤੇ ਕਬਜ਼ਾ ਕਰ ਲਿਆ ਅਤੇ ਬਤਿਸਤਾ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ। ਇਸ ਤਰ੍ਹਾਂ ਬਤਿਸਤਾ ਦੀ ਤਾਨਾਸ਼ਾਹੀ ਸਰਕਾਰ ਢਹਿ ਗਈ ਅਤੇ ਕ੍ਰਾਂਤੀਕਾਰੀਆਂ ਨੇ ਕਿਊਬਾ ਵਿੱਚ ਸੱਤਾ ਸੰਭਾਲੀ।
26 ਜੁਲਾਈ 1956 ਨੂੰ ਮਿਸਰ ਦੇ ਰਾਸ਼ਟਰਪਤੀ ਗਮਲ ਅਬਦੁਲ ਨਸਰ ਨੇ ਸੁਏਜ਼ ਨਹਿਰ ਕੰਪਨੀ ਦੇ ਰਾਸ਼ਟਰੀਕਰਨ ਦਾ ਐਲਾਨ ਕੀਤਾ। ਇਹ ਕੰਪਨੀ ਇੱਕ ਸੰਯੁਕਤ ਬ੍ਰਿਟਿਸ਼ ਫ੍ਰੈਂਚ ਉੱਦਮ ਸੀ ਜੋ 1869 ਵਿੱਚ ਇਸ ਦੀ ਉਸਾਰੀ ਤੋਂ ਬਾਅਦ ਨਹਿਰ ਦੀ ਮਾਲਕੀ ਅਤੇ ਸੰਚਾਲਨ ਕਰਦੀ ਸੀ। ਨਾਸਾ ਨੇ ਅਲੈਗਜ਼ੈਂਡਰੀਆ 'ਚ ਦਿੱਤੇ ਇਤਿਹਾਸਿਕ ਭਾਸ਼ਣ 'ਚ ਇਹ ਐਲਾਨ ਕੀਤਾ। ਇਸ ਐਲਾਨ ਤੋਂ ਬਾਅਦ ਪਹਿਲੀ ਵਾਰ ਨਹਿਰ ਨੂੰ ਬੰਦ ਕਰ ਦਿੱਤਾ ਗਿਆ। ਰਾਸ਼ਟਰੀਕਰਨ ਦੇ ਨਾਲ ਨਸਰ ਨੇ ਪੁਰਾਣੀ ਕੰਪਨੀ ਦੇ ਹਿੱਸੇਦਾਰਾਂ ਨੂੰ ਪੁਰਾਣਾ ਮੁਆਵਜ਼ਾ ਦੇਣ ਅਤੇ ਸਾਰੇ ਦੇਸ਼ਾਂ ਦੇ ਜਹਾਜ਼ਾਂ ਨੂੰ ਨਹਿਰ ਵਿੱਚੋਂ ਲੰਘਣ ਦੀ ਆਜ਼ਾਦੀ ਦੇਣ ਦਾ ਵਾਅਦਾ ਵੀ ਕੀਤਾ। ਹਾਲਾਂਕਿ ਘੋਸ਼ਣਾ ਨੇ ਖਾਸ ਤੌਰ ਤੇ ਬ੍ਰਿਟਿਸ਼ ਅਤੇ ਫ੍ਰਾਂਸੀਸੀ ਸ਼ੇਅਰਧਾਰਕਾਂ ਨੂੰ ਹੈਰਾਨ ਕਰ ਦਿੱਤਾ। ਇਸ ਘੋਸ਼ਣਾ ਤੋਂ ਬਾਅਦ ਮੱਧ ਪੂਰਬ ਵਿੱਚ ਇੱਕ ਅੰਤਰਰਾਸ਼ਟਰੀ ਸੰਕਟ ਸ਼ੁਰੂ ਹੋ ਗਿਆ ਜਿਸ ਨੂੰ ਸਵਿਸ ਸੰਕਟ ਕਿਹਾ ਜਾਂਦਾ ਹੈ। FBI यानी कि फेडरल ब्यूरो ऑफ इन्वेस्टिगेशन की स्थापना 26 जुलाई 1908 ਨੂੰ ਕੀਤੀ ਗਈ ਸੀ। FBI ਸੰਯੁਕਤ ਰਾਜ ਤੋਂ ਨਿਆਂ ਵਿਭਾਗ ਦੀ ਇੱਕ ਏਜੰਸੀ ਹੈ ਜੋ ਇੱਕ ਸੰਘੀ ਅਪਰਾਧੀ ਜਾਂਚ ਸੰਸਥਾ ਅਤੇ ਇੱਕ ਅੰਦਰੂਨੀ ਖੁਫੀਆ ਏਜੰਸੀ ਦੋਵਾਂ ਵਜੋਂ ਕੰਮ ਕਰਦੀ ਹੈ। FBI ਕੋਲ ਸੰਘੀ ਅਪਰਾਧਾਂ ਦੀਆਂ 200 ਤੋਂ ਵੱਧ ਸ਼੍ਰੇਣੀਆਂ ਦੀ ਉਲੰਘਣਾ ਦੀ ਜਾਂਚ ਕਰਨ ਦਾ ਅਧਿਕਾਰ ਹੈ। ਸ਼ੁਰੂ ਵਿੱਚ FBI ਨੂੰ ਬਿਊਰੋ ਆਫ ਇਨਵੈਸਟੀਗੇਸ਼ਨ ਵਜੋਂ ਜਾਣਿਆ ਜਾਂਦਾ ਸੀ। ਇਸ ਦੇ ਮੁੱਢਲੇ ਕਾਰਜਾਂ ਵਿੱਚ ਅੰਤਰਰਾਜੀ ਅਪਰਾਧਾਂ, ਬੈਂਕ ਡਕੈਤੀਆਂ ਅਤੇ ਭ੍ਰਿਸ਼ਟਾਚਾਰ ਦੀ ਜਾਂਚ ਸ਼ਾਮਲ ਸੀ। ਬਾਅਦ ਵਿੱਚ ਇਸ ਦਾ ਨਾਮ ਬਦਲ ਕੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਕਰ ਦਿੱਤਾ ਗਿਆ। FBI ਇੱਕ ਪ੍ਰਮੁੱਖ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਸੰਸਥਾ ਹੈ ਜੋ ਅੱਤਵਾਦ, ਸਾਈਬਰ ਅਪਰਾਧ, ਭ੍ਰਿਸ਼ਟਾਚਾਰ, ਸੰਗਠਿਤ ਅਪਰਾਧ ਅਤੇ ਹੋਰ ਮਹੱਤਵਪੂਰਨ ਰਾਸ਼ਟਰੀ ਸੁਰੱਖਿਆ ਖਤਰਿਆਂ ਦਾ ਮੁਕਾਬਲਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਕੋਲ ਬਹੁਤ ਸਾਰੇ ਤਕਨੀਕੀ ਅਤੇ ਖੋਜੀ ਸਰੋਤ ਹਨ ਅਤੇ ਇਹ ਹੋਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕਰਦਾ ਹੈ।